श्लोक कबीर जियो के एक ओंकार सतगुर प्रसाद। मार्ग मोती बिथरे अंधा निकस्यो आए, जोत बिना जगदीश की जगत उलंघे जाए। बूढ़ा बंस कबीर का उपजियो पुत कमाल, हर का सिमरन छाड़ के घर ले आया माल। कबीर साधु को मिलने जाइए, साथ ना लीजे कोई, पाछे पाँव ना दीजिए, आगे होए सोए। कबीर जग बाध्यो ए जेवरी, तह मत बंधो कबीर, जह अटा लोन स्यो, जो सोन समान शरीर। कबीर हंस उड्यो तन गाड्यो, सो जय सेना, अज हो जियो न छोड़ई, रंकाई नैना। कबीर नैन निहारो तुझको, सरबण सुनियो तो नाओ, बैन उचरियो तो नाम जी, चरण कमल रिदनाओ। ये श्लोक सतगुर कबीर महाराज के मुखार बिंद तो उचारे होए। धन धन चवर शतक दे मालक श्री गुरु ग्रंथ साहब जी दे विच अंग 1370 ते सुशोभित हैं। सतगुरु कबीर महाराज जी इस प्राणी नूं समझाउण लई ਵੱਖਰੇ ਵੱਖਰੇ तरीके दे नाल गुरुआं ने यह समझाउण कीता कि प्राणी तू समझ। बड़ी कोशिश करदे नाम ले वसंत कि दुनिया जिहड़ी मोह माया तो दूर होवे। जेकर मोह माया तो दुनिया इहदा लोभ लालच छड्ड देवे तां लड़ाइयां झगड़े ही खत्म हो जाने हैं, सारी दुनिया ते शांति हो जानी है। लड़ाई झगड़े ही सारे मोह माया दे। जिन्ना भी दुनिया ते लड़ाई झगड़ा है सिर्फ पदार्थां दे करके जां रूप दे करके झगड़ा है। सो जिहड़ा असली दुनिया ते वणज करके जाना उहदे लई अग्यानी हो के ये जीवन बतीत कर रहा, अविद्या विच बतीत कर रहा, पता नहीं लग रहा इसनूं। परमात्मा दे सिमरन नूं छड्ड के ये पदार्थां दे पिछे भज्जिया फिरदा। ਅਤੇ ਜਦੋਂ ਕਿਤੇ ਸਾਧੂ ਨੂੰ ਕਹਿੰਦੇ ਮਿਲ ਨਹੀਂ ਜਾਂਦਾ ਕਿਸੇ ਨੂੰ ਤੇ ਰਸਤੇ 'ਚ ਗੱਪਾਂ ਮਾਰਨ ਲਈ ਜਾਂ ਹੋਰ ਕੰਮ ਕਰਨ ਲਈ ਇਹ ਸੰਗੀ ਸਾਥੀ ਲੈਂਦਾ। ਇਸ ਕਰਕੇ ਇਸ ਦੁਨੀਆ ਦੇ ਵਿੱਚ ਜਿੰਨੇ ਵੀ ਲੋਕ ਹੈ ਉਹ ਮੋਹ ਮਾਇਆ ਦੀ ਜੰਜੀਰ ਨਾਲ ਬੱਝੇ ਹੋਏ ਹੈ। ਸੋ ਇਸ ਦੁਨੀਆ ਤੋਂ ਜਾਣ ਵੇਲੇ ਵੀ ਪ੍ਰਾਣੀ ਜਿਹੜਾ ਸੈਨਤਾਂ ਦੇ ਨਾਲ ਆਪਣੇ ਬੱਚਿਆਂ ਨੂੰ, ਜਨਾਨੀ ਨੂੰ, ਸਕੇ ਸੰਬੰਧੀਆਂ ਨੂੰ ਸਮਝਾਉਂਦਾ ਹੈ, फिर भी टलदा नहीं, कंगालपुणा छड्डदा नहीं कि हुण तां मैं चलिया दुनिया तो, इन्हां कम्मां दे विचों ना पवां, उस परमात्मा वल नूं ध्यान कर लवां। सो इन्हां सारियां चीज़ां नूं दर्शाउंदे होए सतगुरु कबीर महाराज जी समझा रहे हैं। मार्ग मोती बिथरे अंधा निकस्यो आए, जोत बिना जगदीश की जगत उलंघे जाए। कहंदे कोई अन्ना तुरिया जांदा, जेकर रस्ते दे विच मोती खिलरे होए होण ते ओनू की समझ होनी है कि मोती है। इसे तरीके दे नाल संसार जिहड़ा है, जिहड़ा इन वणज करना ਉਹ ਤਾਂ ਕਰਨ ਦਾ ਇਹ ਗਾਹਕ ਹੀ ਨਹੀਂ ਬਣਦਾ। ਇਹ ਤਾਂ ਦੁਨੀਆ ਦੇ
ਪਦਾਰਥਾਂ ਦਾ ਵਣਜ ਕਰਦਾ ਫਿਰਦਾ, ਅਸਲੀ ਉਸ ਪਰਮਾਤਮਾ ਦੇ ਹੀਰੇ ਨੂੰ ਛੱਡ ਕੇ ਹੋਰ ਚੀਜ਼ਾਂ ਦਾ ਵਣਜ ਕਰਦਾ। ਜੋਤ ਬਿਨਾ ਜਗਦੀਸ਼ ਕੀ ਜਗਤ ਅਲੰਘੇ ਜਾਏ। ਕਹਿੰਦੇ ਸਾਰਾ ਸੰਸਾਰ ਹੀ ਜਿਹੜਾ ਉਸ ਪਰਮਾਤਮਾ ਦੇ ਗਿਆਨ ਤੋਂ ਬਿਨਾ ਇਸ ਦੇ ਵਿੱਚ ਖੱਚਾ ਖੱਚ ਹੋਇਆ ਪਿਆ, ਸੰਸਾਰ ਦੇ ਵਿੱਚ ਸਾਰੀ ਦੁਨੀਆ ਹੀ ਜਿਹੜੀ ਹੈ ਇਸ ਦੁਨੀਆ ਦੀ ਮੋਹ ਮਾਇਆ ਦੇ ਵਿੱਚ ਖੱਚੀ ਹੋਈ ਹੈ, ਅੰਨੇ ਹੋਏ ਪਏ ਹੈ। ਜਿਹੜਾ ਅਸਲੀ ਰਤਨ ਪਾਉਣਾ ਹੈ ਉਧਰ ਨੂੰ ਧਿਆਨ ਹੀ ਨਹੀਂ ਹੈ। ਸੋ ਜਿਹੜੇ ਅਵਗੁਣਾ ਦੀ ਗਠੜੀ ਜਿਹੜੀ ਹੈ, ਜੋ ਤੀਜੇ ਪਾਤਸ਼ਾਹ ਸਮਝਾ ਰਹੇ ਹੈ, ਲੋਕ ਅਵਗੁਣ ਕੀ ਬੰਨੇ ਗਠੜੀ, ਗੁਣ ਨਾ ਬਿਹਾਜੇ ਕੋਈ। ਗੁਣ ਕਾ ਗਾਹਕ ਨਾਨਕਾ, ਬਿਰਲਾ ਕੋਈ ਹੋਏ। ਗੁਰ ਪ੍ਰਸਾਦੀ ਗੁਣ ਪਾਇਨ, ਜਿਸ ਨੂੰ ਨਦਰ ਕਰੇ। ਤੀਜੇ ਪਾਤਸ਼ਾਹ ਵੀ ਇਹ ਗੱਲ ਕਹਿ ਰਹੇ ਕਿ ਜਿਨ੍ਹਾਂ ਦੇ ਕੋਲ ਗਿਆਨ ਨਹੀਂ ਹੈ ਉਹ ਫਿਰ ਅਵਗੁਣ ਇਕੱਠੇ ਕਰਦੇ ਹੈ। ਅਵਗੁਣ ਇਕੱਠੇ ਕਰਕੇ ਜਦੋਂ ਪੰਡ ਭਾਰੀ ਹੋ ਜਾਂਦੀ ਹੈ ਤੇ ਉਧਰੋਂ ਦੁਨੀਆ ਦੇ ਜਾਣ ਦਾ ਸਮਾਂ ਆ ਜਾਂਦਾ, ਤਾਂ ਫਿਰ ਕਹਿੰਦੇ ਵੀ ਇਹ ਗਠੜੀ ਨੂੰ ਹੁਣ ਕਿੱਥੇ ਰੱਖਾਂ, ਕਿੱਥੇ ਲੈ ਕੇ ਜਾਊਂਗਾ, ਕਿਉਂਕਿ ਇਹ ਤਾਂ ਅਵਗੁਣਾਂ ਦੀ ਗਠੜੀ ਹੈ। ਗੁਣ ਤਾਂ ਕੋਈ ਪੱਲੇ ਹੀ ਹੈ ਨਹੀਂ। ਜਿਨ੍ਹਾਂ ਦੇ ਕੋਲ ਗੁਣ ਹੁੰਦਾ ਹੈ ਉਹ ਕਹਿੰਦੇ ਹੁੰਦਾ ਹੀ ਕੋਈ ਬਿਰਲਾ ਹੈ। ਗੁਣ ਕਾ ਗਾਹਕ ਨਾਨਕਾ, ਬਿਰਲਾ ਕੋਈ ਹੋਏ। ਇੱਥੇ ਦੁਨੀਆ ਤੇ ਗੁਣ ਜਿਹੜਾ ਹੈ ਕਿਸੇ ਕਿਸੇ ਦੇ ਪੱਲੇ ਹੈ। ਇਸੇ ਕਰਕੇ ਸਤਿਗੁਰ ਕਬੀਰ ਮਹਾਰਾਜ ਜੀ ਕਹਿੰਦੇ ਹੈ, ਰਾਮ ਰਤਨ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰ ਕੋ, ਨਹੀਂ ਗਾਹਕ ਨਹੀਂ ਮੋਲ। ਜੇ ਕਿਤੇ ਰਤਨ ਬੰਦੇ ਦੇ ਕੋਲ ਹੈ, ਜੇ ਉਹਦਾ ਗਾਹਕ ਉਹਨੂੰ ਪਤਾ ਹੀ ਨਹੀਂ ਕਿ ਗੁਣ ਕੀ ਹੁੰਦਾ, ਤੇ ਉਹਦੇ ਕੋਲ ਗੱਲ ਕੀ ਕਰਕੇ ਫਾਇਦਾ ਹੋਊਗਾ, ਕਿਉਂਕਿ ਉਹ ਤਾਂ ਦੁਨੀਆ ਦੇ ਪਦਾਰਥਾਂ ਨੂੰ ਇਕੱਠੇ ਕਰਨ ਦਾ ਬਣਜਾਰਾ ਹੈ। ਪਰਮਾਤਮਾ ਦੇ ਨਾਮ ਦਾ ਬਣਜਾਰਾ ਤਾਂ ਕਿਤੇ ਬਿਰਲਾ ਹੀ ਮਿਲਦਾ। ਗੁਰ ਪ੍ਰਸਾਦੀ ਗੁਣ ਪਾਇਨ, ਜਿਸ ਨੂੰ ਨਦਰ ਕਰੇ। ਤੀਜੇ ਪਾਤਸ਼ਾਹ ਸਤਿਗੁਰ ਅਮਰਦਾਸ ਜੀ ਕਹਿ ਰਹੇ ਹੈ, ਪਰਮਾਤਮਾ ਦੀ ਕਿਰਪਾ ਜੇਕਰ ਕਿਤੇ ਹੋ ਜਵੇ ਤਾਂ ਹੀ ਗੁਣ ਜਿਹੜਾ ਹੈ ਉਹ ਕੋਈ ਮਿਲਦਾ, ਨਹੀਂ ਤਾਂ ਮਿਲਦਾ ਨਹੀਂ। ਕਿਉਂਕਿ ਸਾਰੇ ਗੁਣ ਪਰਮਾਤਮਾ ਤੋਂ ਆਉਂਦੇ ਹੈ। ਗੁਣ ਤੇਰੇ ਉਹਦੇ ਸਾਰੇ ਗੁਣ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਈ, ਬਿਨ ਗੁਣ ਕੀਤੇ ਭਗਤੀ ਨਾ ਹੋਏ। ਉਸ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਗੁਣ ਆ ਹੀ ਨਹੀਂ ਸਕਦੇ। ਪਰ ਇੱਥੇ ਦੁਨੀਆ ਦੇ ਲੋਕ ਜਿਹੜੇ ਹੈ ਉਹ ਕਹਿੰਦੇ ਮੈਨੂੰ ਅਕਲ ਬਹੁਤ ਹੈ, ਮੈਂ ਚਤਰ ਬਹੁਤ ਹਾਂ, ਮੈਂ ਚਲਾਕ ਬਹੁਤ ਹਾਂ। ਪਰ ਉਹ ਹੁੰਦਾ ਮੂਰਖ ਹੈ। ਜਿਨ੍ਹਾਂ ਦੇ ਕੋਲ ਗੁਣ ਹੁੰਦਾ ਉਹ ਤਾਂ ਚੁੱਪ ਚਪੀਤੇ ਤੁਰੇ ਫਿਰਦੇ ਆ। ਉਹਨਾਂ ਨੂੰ ਇਹ ਜਿਹੜੇ ਅਵਗੁਣਾਂ ਦੀ ਗਠੜੀ ਚੱਕ ਕੇ ਰੌਲਾ ਪਾਉਂਦੇ ਫਿਰਦੇ ਆ, ਇਹਨਾਂ ਦੇ ਪੱਲੇ ਕੁਛ ਨਹੀਂ ਹੁੰਦਾ। ਇਹ ਤਾਂ ਉਸ ਅੰਨੇ ਵਰਗੇ ਹੈ ਜਿਹਦੇ ਰਸਤੇ 'ਚ ਮੋਤੀ ਖਿਲਰੇ ਹੁਣ ਉਹਨੂੰ ਪਤਾ ਹੀ ਨਹੀਂ ਲੱਗਦਾ। ਜੋਤ ਬਿਨਾ ਜਗਦੀਸ਼ ਕੀ ਜਗਤ ਅਲੰਘੇ ਜਾਏ। ਜੇਕਰ ਉਸ ਪਰਮਾਤਮਾ ਦਾ ਨਾਮ ਹੈ ਨਹੀਂ, ਸਿਮਰਨ ਹੈ ਨਹੀਂ, ਗਿਆਨ ਹੈ ਨਹੀਂ, ਤੇ ਸਾਰੀ ਦੁਨੀਆ ਹੀ ਲੰਘੀ ਜਾ ਰਹੀ ਹੈ। ਮੋਤੀ ਖਿਲਰੇ ਹੋਏ ਆ ਨਾਮ ਦੇ। ਨਾਮ ਦਾ ਵਪਾਰੀ ਕੋਈ ਕੋਈ ਮਿਲਦਾ। ਬੁੱਢਾ ਬੰਸ ਕਬੀਰ ਕਾ ਉਪਜਿਓ ਪੁੱਤ ਕਮਾਲ, ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ। ਸਤਿਗੁਰ ਕਬੀਰ ਮਹਾਰਾਜ ਜੀ ਕਹਿੰਦੇ ਕਿ ਸਾਰਾ ਪਰਿਵਾਰ ਡੁੱਬ ਗਿਆ। ਐਸਾ ਪੁੱਤ ਕਮਾਲ ਜੰਮਿਆ ਕਿ ਸਾਰਾ ਪਰਿਵਾਰ ਹੀ ਡੁੱਬ ਗਿਆ। ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ। ਪਰਮਾਤਮਾ ਜਿਹੋ ਸਿਮਰਨ ਨੂੰ ਛੱਡ ਕੇ, ਪਰਮਾਤਮਾ ਦੇ ਨਾਮ ਨੂੰ ਛੱਡ ਕੇ, ਜਿਹਨੂੰ ਦੁਨੀਆ ਦੇ ਮਾਲ ਦਾ ਲਾਲਚ ਪੈ ਗਿਆ, ਉਹ ਘਰ ਜਿਹੜਾ ਕਹਿੰਦੇ ਡੁੱਬ ਗਿਆ। ਸੋ ਇਸ ਸਲੋਕ ਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਲੋਕਾਂ ਨੇ ਸਮਝ ਕੇ ਕਿਹਾ ਹੈ। ਕਿਸੇ ਨੇ ਇਹ ਕਿਹਾ ਹੈ ਕਿ ਕਬੀਰ ਸਾਹਿਬ ਦਾ ਪੁੱਤਰ ਕਮਾਲ ਜਿਹੜਾ ਉਹ ਕਿਸੇ ਦੇ ਮਰੇ ਬੱਚੇ ਨੂੰ ਜਿਉਂਦਾ ਕਰਕੇ ਪੈਸਾ ਲੈ ਆਇਆ, ਤੇ ਕਬੀਰ ਮਹਾਰਾਜ ਜੀ ਕਹਿੰਦੇ ਕਿ ਇਹਨੇ ਹਰੀ ਦਾ ਸਿਮਰਨ ਨੂੰ ਛੱਡ ਦਿੱਤਾ। ਇਹਨੂੰ ਪੈਸਾ ਧੇਲਾ ਚੰਗਾ ਲੱਗਾ, ਇਸ ਕਰਕੇ ਇਹਨੂੰ ਬੰਸ ਡੋਬ ਦਿੱਤਾ। ਕੋਈ ਇਹ ਗੱਲ ਕਹਿੰਦੇ ਕਿ ਕਬੀਰ ਸਾਹਿਬ ਦਾ ਇਹ ਸਲੋਕ ਉਸ ਸਮੇਂ ਦਾ ਹੈ ਜਦੋਂ ਸਿਕੰਦਰ ਲੋਧੀ ਨੇ ਬਨਾਰਸ ਦੇ ਵਿੱਚ ਕਬੀਰ ਸਾਹਿਬ ਦੇ ਸਾਰੇ ਚਮਤਕਾਰਾਂ ਨੂੰ ਦੇਖਿਆ ਤੇ ਸੋਚਿਆ ਕਿ ਇਹ ਤਾਂ ਪਰਮਾਤਮਾ ਦੀ ਜੋਤ ਹੈ।
ਬੇਨਤੀ ਕੀਤੀ ਕਿ ਮਹਾਰਾਜ ਜੀ ਤੁਸੀਂ ਦਿੱਲੀ ਮੇਰੇ ਨਾਲ ਚੱਲੋ। ਸਤਿਗੁਰੂ ਕਬੀਰ ਮਹਾਰਾਜ ਜੀ ਮੰਨ ਗਏ। ਕਹਿੰਦੇ ਹਾਥੀ ਸਜਾ ਕੇ ਭੇਜਿਆ ਗਿਆ ਕਿ ਕਬੀਰ ਸਾਹਿਬ ਨੂੰ ਲੈ ਆਓ। ਤਰਬੇੜੀ 'ਤੇ ਫੌਜਾਂ ਲਾਈਆਂ ਹੋਈਆਂ ਸੀ, ਡੇਰਾ ਜਮਾਇਆ ਹੋਇਆ ਸੀ। ਜਦੋਂ ਦੇਖਿਆ ਕਿ ਗੰਗਾ ਦੇ ਵਿੱਚ ਇੱਕ ਬੱਚੇ ਦੀ ਲਾਸ਼ ਤਰਦੀ ਆ ਰਹੀ ਹੈ, ਤਾਂ ਕਿਸੇ ਨੇ ਰਾਜੇ ਨੂੰ ਕਿਹਾ ਕਿ ਮਹਾਰਾਜ ਜੀ ਤੁਸੀਂ ਕਹਿੰਦੇ ਕਬੀਰ ਸਾਹਿਬ ਰੱਬ ਹਨ, ਜੇ ਬੱਚੇ ਨੂੰ ਜਿਉਂਦਾ ਕਰ ਦੇਣ ਤਾਂ ਸਾਨੂੰ ਵੀ ਯਕੀਨ ਹੋ ਜਾਵੇ ਕਿ ਇਹ ਵਾਕਈ ਪਰਮਾਤਮਾ ਹੈ। ਸਿਕੰਦਰ ਲੋਧੀ ਨੇ ਅਰਜ਼ ਕੀਤੀ ਕਿ ਮਹਾਰਾਜ ਜੀ ਬੱਚਾ ਜੀਵਤ ਹੋ ਜਾਵੇ। ਕਹਿੰਦੇ ਕਬੀਰ ਸਾਹਿਬ ਨੇ ਹੱਥ ਕੀਤਾ, ਲਾਸ਼ ਜਿਹੜੀ ਉਧਰ ਨੂੰ ਆਉਣੀ ਸ਼ੁਰੂ ਹੋ ਗਈ। ਅਤੇ ਜਦੋਂ ਇਹ ਕਿਹਾ ਕਿ ਜਿਹੜੀ ਰੂਹ ਹੈ ਇਸੇ ਸਰੀਰ ਦੇ ਵਿੱਚ ਆ ਜਾਵੇ, ਤੇ ਕਬੀਰ ਸਾਹਿਬ ਦੇ ਕਹਿੰਦੇ ਹੱਥ ਦੇ ਵਿੱਚੋਂ ਪ੍ਰਕਾਸ਼ ਹੋਇਆ ਤੇ ਬੱਚਾ ਜੀਵਤ ਹੋ ਗਿਆ। ਤੇ ਉਸਨੇ ਕਬੀਰ ਸਾਹਿਬ ਨੂੰ ਨਮਸਕਾਰ ਕੀਤੀ। ਇਹ ਘਟਨਾ ਨੂੰ ਦੇਖ ਕੇ ਸਿਕੰਦਰ ਲੋਧੀ ਕਹਿੰਦੇ ਤੁਸੀਂ ਤਾਂ ਕਮਾਲ ਹੀ ਕਰ ਦਿੱਤੀ। ਤੇ ਕਹਿੰਦੇ ਕਬੀਰ ਸਾਹਿਬ ਕਹਿੰਦੇ ਇਹਦਾ ਨਾਮ ਵੀ ਹੁਣ ਕਮਾਲ ਹੀ ਰੱਖ ਦਿੰਦੇ, ਤੁਸੀਂ ਕਮਾਲ ਕਿਹਾ ਤੇ ਕਮਾਲ ਹੀ ਰੱਖ ਦਿੰਦੇ। ਤੇ ਕਹਿੰਦੇ ਸਭ ਤੋਂ ਚੇਲਾ ਜਿਹੜਾ ਜੇਠਾ ਚੇਲਾ ਜਿਹਨੂੰ ਕਹਿੰਦੇ ਆ, ਉਹ ਪੁੱਤਰ ਕਮਾਲ ਹੋਇਆ। ਸੋ ਇਸ ਸਲੋਕ ਨੂੰ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਲੋਕਾਂ ਨੇ ਆਪਣੇ ਅਰਥ ਕੀਤੇ। ਸੋ ਜੇ ਸਤਿਗੁਰ ਕਬੀਰ ਮਹਾਰਾਜ ਜੀ ਦੀ ਗੱਲ ਕਰੀਏ ਤਾਂ ਇਹ ਬਿਲਕੁਲ ਢੁਕਦੀ ਹੈ ਕਿ ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੇ ਰੁਗਰਾਈ। ਬੁਨਨਾ ਤਨਨਾ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਸਤਿਗੁਰ ਕਬੀਰ ਮਹਾਰਾਜ ਜੀ ਤੋਂ ਜਿਹੜੇ ਧੀਆਂ ਪੁੱਤਰ ਸੀ ਉਹ ਵੀ ਦੁਖੀ ਸੀ ਕਿ ਜਿਹੜੇ ਘਰ ਦੇ ਵਿੱਚ ਨਾਮ ਲੇਵਾ ਸੰਗਤਾਂ ਆਉਂਦੀਆਂ ਉਹਨਾਂ ਨੂੰ ਤਾਂ ਖਾਣ ਨੂੰ ਮਿਲ ਜਾਂਦਾ, ਸਾਨੂੰ ਮਿਲਦਾ ਨਹੀਂ। ਤੇ ਇਹ ਵੀ ਇੱਕ ਮੁਨਕਦ ਹੀ ਹੋਇਆ ਜਾ ਸਕਦਾ ਕਿ ਕਦੀ ਵੀ ਭਗਤ ਦੇ ਘਰ ਭਗਤ ਨਹੀਂ ਪੈਦਾ ਹੁੰਦਾ। ਇਹ ਤਾਂ ਪਰਮਾਤਮਾ ਦੀ ਲੀਲਾ ਹੈ। ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ। ਸੋ ਜਿਹੜਾ ਇਸ ਸਲੋਕ ਤੋਂ ਇਹ ਵੀ ਗੱਲ ਠੀਕ ਲੱਗਦੀ ਹੈ ਕਿ ਪੁੱਤਰ ਕਮਾਲ ਨੂੰ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰਾ ਵੰਸ਼ ਜਿਹੜਾ ਇਸ ਨੇ ਡੋਬ ਦਿੱਤਾ, ਕਿਉਂਕਿ ਮੇਰਾ ਪਰਿਵਾਰ ਜਿਹੜਾ ਪਰਮਾਤਮਾ ਦਾ ਨਾਮ ਜਪਣ ਵਾਲਾ ਸੀ, ਇਹਨੇ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਦੁਨੀਆ ਦੇ ਪਦਾਰਥਾਂ ਨਾਲ ਮੋਹ ਪਾਇਆ। ਕਿਉਂਕਿ ਇਹ ਸਾਰਾ ਸੰਸਾਰ ਜਿਹੜਾ ਇਹ ਪਦਾਰਥਾਂ ਦੇ ਨਾਲ ਹੀ ਪਿਆਰ ਕਰਨ ਵਾਲਾ ਹੈ। ਇਸੇ ਕਰਕੇ ਉਹ ਕਹਿ ਰਹੇ ਬੁੱਢਾ ਵੰਸ਼ ਕਬੀਰ ਕਾ ਉਪਜੋ ਪੁੱਤ ਕਮਾਲ, ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ। ਸੋ ਜਿਹੜੀ ਦੁਨੀਆ ਹੈ ਇਹ ਸਾਰੀ ਪਦਾਰਥਾਂ ਦੇ ਪਿੱਛੇ ਲੱਗੀ ਫਿਰਦੀ ਹੈ। ਇਸੇ ਕਰਕੇ ਕਬੀਰ ਸਾਹਿਬ ਨੇ ਆਪਣੀ ਬਾਣੀ 'ਚ ਕਿਹਾ ਹੈ, ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੁੱਬੀ ਪਰਵਾਰ। ਇਹ ਜਿਹੜੀ ਮਾਇਆ ਹੈ ਇਸ ਨੇ ਵਿਸ਼ੇ ਵਿਕਾਰਾਂ ਨੇ ਸਾਰਾ ਸੰਸਾਰ ਡੋਬਿਆ ਹੋਇਆ ਹੈ ਤੇ ਇਹਨੇ ਹੀ ਪਰਿਵਾਰ ਡੋਬ ਦਿੱਤਾ ਹੈ। ਜਿਹੜਾ ਹਰੀ ਦੇ ਨਾਮ ਨੂੰ ਛੱਡ ਕੇ ਹੋਰ ਚੀਜ਼ਾਂ ਦੇ ਨਾਲ ਪਿਆਰ ਕਰੂਗਾ, ਅਲਟੀਮੇਟਲੀ ਉਸਨੇ ਦੁਨੀਆ ਤੋਂ ਬਾਜੀ ਹਾਰ ਕੇ ਜਾਣੀ। ਕਿਉਂਕਿ ਸਤਿਗੁਰ ਰਵਿਦਾਸ ਮਹਾਰਾਜ ਜੀ ਕਹਿ ਰਹੇ, ਨਾਮ ਤੇਰੋ ਆਰਤੀ ਮਜਨ ਮਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਉਸ ਪਰਮਾਤਮਾ ਦੇ ਨਾਮ ਤੋਂ ਬਿਨਾ ਬਾਕੀ ਸਾਰੇ ਝਮੇਲੇ ਜਿਹੜੇ ਝੂਠੇ ਹੈ। कबीर साधु को मिलने जाइए, साथ ना लीजिए कोई, पाछे पाओ ना दीजिए आगे होए सो होए। सतगुरु कबीर महाराज जी अगले श्लोक च कह रहे हैं कि जदों असी किसी संत नूं मिलण जाना है, साधु नूं मिलण जाना है। साधु कौन है? जिसने मन नूं साध लिया। साथ ना लीजिए कोई, कहते किसी नूं साथ लैण दी लोड़ नहीं। पाछे पाओ ना दीजिए आगे होए सोए। पिछे नूं कहते नज़र नहीं रखनी चाहिए कि मेरे घर दे विच की हो जू, आ ना हो जाए ओ ना हो जाए। सिर्फ इको ही ध्यान चाहिए कि जो गुरु का हुक्म होया वो मन लेना, पिछे नहीं देखना कि मेरा कोई नुकसान ना हो जाए। जिवें चलिया इत्थे यह है कि साथ किस नूं नहीं लेना। एक परमात्मा नूं मनण वाला ही नहीं है, आपां उस नूं साथ लैके चल पईए तो वह ध्यान ही होर पासे होना, क्योंकि दुनिया की माया दे विच गलतान है, वो मन नूं भटकावेगा। एक ये है
ਕਿ ਪਿੱਛੇ ਘਰ ਦੇ ਵਿੱਚ ਕੋਈ ਗੱਲਬਾਤ ਹੁੰਦੀ, ਧਿਆਨ ਪਿੱਛੇ ਹੁੰਦਾ, ਸਾਥ ਨਾ ਲੀਜੇ ਕੋਈ, ਧਿਆਨ ਪਿੱਛੇ ਹੋਵੇ ਤੇ ਤੁਰਿਆ ਪਰਮਾਤਮਾ ਦੇ ਦਰਸ਼ਨ ਕਰਨ ਲਈ ਹੋਵੇ, ਤਾਂ ਫਿਰ ਹੋ ਨਹੀਂ ਸਕਦਾ। ਫਿਰ ਤਾਂ ਮਨ ਕਿਤੇ ਹੈ ਤੇ ਧਿਆਨ ਕਿਤੇ ਹੈ। ਸੋ ਇਸ ਕਰਕੇ ਸਾਥੀ ਉਹ ਲੈਣ ਦੀ ਲੋੜ ਹੈ ਜਿਹੜਾ ਪਹਿਲਾਂ ਹੀ ਨਾਮ ਦਾ ਪੁਜਾਰੀ ਹੋਵੇ। ਨਾਮ ਦਾ ਪੁਜਾਰੀ ਕਦੇ ਵੀ ਮਨ ਨੂੰ ਭਟਕਾਵੇਗਾ ਨਹੀਂ। ਸੋ ਸਤਿਗੁਰੂ ਕਬੀਰ ਮਹਾਰਾਜ ਜੀ ਇਸੇ ਕਰਕੇ ਸਮਝਾ ਰਹੇ ਹੈ ਕਿ ਜਦੋਂ ਪਰਮਾਤਮਾ ਦੇ ਪਿਆਰੇ ਦੇ ਦਰਸ਼ਨ ਕਰ ਜਾਣਾ, ਫਿਰ ਪਿੱਛੇ ਨੂੰ ਨਹੀਂ ਦੇਖਣ ਦੀ ਲੋੜ, ਜੋ ਹੁੰਦਾ ਹੈ ਹੋ ਜਾਵੇ। ਕਿਉਂਕਿ ਇੱਥੇ ਤਾਂ ਜਿੰਦ ਵੇਚ ਕੇ ਪਰਮਾਤਮਾ ਦੇ ਦਰਸ਼ਨ ਪਾਉਣੇ ਪੈਂਦੇ ਹੈ। ਦੁਨੀਆ ਤਿਆਗ ਕੇ ਇੱਕ ਪਾਸੇ ਜੱਗ ਹੈ, ਇੱਕ ਪਾਸੇ ਰੱਬ ਹੈ। ਇਹ ਜੀਵ ਆਤਮਾ ਨੇ ਦੇਖਣਾ ਕਿ ਕਿੱਧਰ ਨੂੰ ਜਾਣਾ ਹੈ। ਜੱਗ ਮਿੱਠਾ ਬਹੁਤ ਹੈ ਤੇ ਰੱਬ ਜਿਹੜਾ ਅਦ੍ਰਿਸ਼ ਹੈ, ਜਿਹੜਾ ਦਿਸਦਾ ਨਹੀਂ ਉਹ ਸੱਚ ਹੈ, ਜਿਹੜਾ ਦਿਸ ਰਿਹਾ ਉਹ ਝੂਠ ਹੈ। ਹੁਣ ਪਿਆਰ ਝੂਠ ਨਾਲ ਲੋਕੀ ਪਾਉਂਦੇ ਹੈ, ਸੱਚੇ ਨਾਲ ਨਹੀਂ ਪਾਉਂਦੇ। ਸੋ ਇਸ ਕਰਕੇ ਜਦੋਂ ਪਰਮਾਤਮਾ ਦੇ ਸਾਧੂ ਦੇ ਦਰਸ਼ਨ ਕਰਨ ਜਾਣਾ ਹੈ, ਨਾਮ ਲੇਵਾ ਸਾਧੂ ਜੋ ਹੈ, ਉਸ ਵੇਲੇ ਮਨ ਦੇ ਵਿੱਚ ਕੋਈ ਵੀ ਇਹੋ ਜਿਹਾ ਵਿਸ਼ੇ ਵਿਕਾਰਾਂ ਦੀ ਆਸ਼ਾ ਤ੍ਰਿਸ਼ਨਾ ਨਹੀਂ ਹੋਣੀ ਚਾਹੀਦੀ। ਸਿਰਫ ਇੱਕੋ ਹੀ ਹੋਣਾ ਚਾਹੀਦਾ ਕਿ ਜੋ ਵੀ ਅੱਗੇ ਹੁੰਦਾ ਹੈ ਹੋ ਜਾਵੇ, ਪ੍ਰਾਣਾਂ ਦੀ ਵੀ ਪਰਵਾਹ ਨਹੀਂ। ਕਿਉਂਕਿ ਇਹ ਪ੍ਰਾਣ ਵੇਚ ਕੇ ਹੀ ਦਰਸ਼ਨ ਹੁੰਦੇ ਹੈ। ਮਿਲਤ ਪਿਆਰੇ ਪ੍ਰਾਣਨਾਥ ਕਬਨ ਭਗਤ ਤੇ, ਸਾਧ ਸੰਗਤ ਮਿਲ ਪਾਈਏ ਪਰਮ ਗਤੇ। ਜੇਕਰ ਕਿਤੇ ਪਰਮ ਗਤ ਨੂੰ ਪਾਉਣਾ ਹੈ ਤੇ ਫਿਰ ਪ੍ਰੇਮ ਕਰਨਾ ਪੈਂਦਾ, ਤੇ ਪ੍ਰੇਮ ਕਰਦਿਆਂ ਕਰਦਿਆਂ ਜਿੰਦ ਵੀ ਵੇਚਣੀ ਪੈ ਜਾਂਦੀ ਹੈ। ਸਾਰਾ ਕੁਝ ਦੁਨੀਆ ਦਾ ਛੱਡਣਾ ਪੈਂਦਾ। ਸੋ ਅਗਲੇ ਸ਼ਲੋਕ 'ਚ ਸਤਿਗੁਰੂ ਸਮਝਾ ਰਹੇ, ਕਬੀਰ ਜਗ ਬਾਧਿਓ ਜੈ ਜੇਵਰੀ, ਤਹਿ ਮਤ ਬੰਧੋ ਕਬੀਰ, ਜੈ ਹੈ ਆਟਾ ਲੋਣ ਜ ਸੋਨ ਸਮਾਨ ਸਰੀਰ। ਕਹਿੰਦੇ ਜਿਵੇਂ ਇਹ ਸਾਰੀ ਦੁਨੀਆ, ਸਤਿਗੁਰ ਕਬੀਰ ਮਹਾਰਾਜ ਜੀ ਕਹਿੰਦੇ, ਇਸ ਵਿਸ਼ੇ ਵਿਕਾਰਾਂ ਦੀ ਜੇਵਰੀ ਦੇ ਵਿੱਚ ਬੱਝੀ ਹੋਈ ਹੈ ਦੁਨੀਆ ਦੀ, ਤੂੰ ਆਪਣੇ ਆਪ ਨੂੰ ਨਾ ਬਣ, ਇਸ ਝੰਜਟ ਤੋਂ ਦੂਰ ਹੋ ਜਾ। ਇਹ ਦੁਨੀਆ ਮੋਹ ਮਾਇਆ ਦੇ ਵਿੱਚ ਫਸੀ ਹੋਈ ਹੈ, ਤੂੰ ਨਾ ਫਸ। ਜੈਸੇ ਆਟਾ ਲੋਣ ਜ, ਕਹਿੰਦੇ ਜਿਵੇਂ ਜਦੋਂ ਤੇਰੇ ਵਿੱਚੋਂ ਲੂਣ ਜਿਹੜਾ ਆਟੇ ਦੇ ਵਿੱਚ ਖੁਰ ਜਾਂਦਾ, ਤੇਰਾ ਇਹ ਜਿਹੜੀ ਸਰੀਰ ਹੈ, ਇਹ ਸੋਨੇ ਜੈਸਾ ਸਰੀਰ ਵੀ ਜਿਹੜਾ ਇਹ ਖਤਮ ਹੋ ਜਾਣਾ। ਇਸ ਕਰਕੇ ਇਸ ਪ੍ਰੇਮ ਦੀ ਜੰਜੀਰ ਦੇ ਵਿੱਚ ਬੱਝ, ਜਿਹੜੀ ਪ੍ਰੇਮ ਦਾ ਪਰਮਾਤਮਾ ਦੇ ਨਾਲ ਹੈ, ਦੋ ਤਰ੍ਹਾਂ ਦੀ ਮਮਤਾ ਹੈ। ਇੱਕ ਮਮਤਾ ਦੁਨੀਆ ਦੀ ਹੈ, ਉਹ ਜੇਵਰੀ ਹੈ। ਇੱਕ ਜੇਵਰੀ ਪ੍ਰੇਮ ਦੀ ਹੈ, ਜਿਹੜੀ ਪ੍ਰਭੂ ਦੇ ਨਾਲ ਪਾਉਣੀ ਹੈ। ਜੇਕਰ ਅਸੀਂ ਮਮਤਾ ਦੀ ਜੇਵਰੀ ਦੇ ਵਿੱਚ ਬੱਝੇ ਹਾਂ ਤਾਂ ਫਿਰ ਦੁਨੀਆ ਦੇ ਪਦਾਰਥਾਂ ਦੇ ਵਿੱਚ ਬੱਝੇ। ਜੇਕਰ ਪ੍ਰੇਮ ਦੀ ਜੇਵਰੀ 'ਚ ਬੱਝੇ ਹੋਏ ਹਾਂ ਤਾਂ ਫਿਰ ਪਰਮਾਤਮਾ ਦੇ ਨਾਮ ਦੇ ਨਾਲ ਬੱਝੇ ਹੋਏ। ਫਿਰ ਪਰਮਾਤਮਾ ਤੁਹਾਡੇ ਉਸ ਜੇਵਰੀ ਦੇ ਵਿੱਚ ਬੰਨਿਆ ਵੀ ਜਾ ਸਕਦਾ। ਇਸੇ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਬਾਣੀ 'ਚ ਕਹਿ ਰਹੇ, ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ, ਕਹਿ ਰਵਿਦਾਸ ਛੁਟੇ ਬਾ ਕਵਨ ਗੁਣ। ਤੇਰੇ ਜਿਹੜੇ ਪਿਆਰੇ ਹੈ ਉਹ ਪ੍ਰੇਮ ਦੀ ਜੰਜੀਰ 'ਚ ਬੱਝੇ ਹੈ, ਉਹ ਦੁਨੀਆ ਦੀ ਮੋਹ ਮਾਇਆ ਦੀ ਮਮਤਾ ਦੇ ਵਿੱਚ ਨਹੀਂ ਬੱਝਦੇ। ਇਸ ਕਰਕੇ ਜੇਕਰ ਦੁਨੀਆ ਤੋਂ ਛੁੱਟਣਾ ਹੈ ਤਾਂ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ 'ਚ ਗੁਣ ਆਉਣਗੇ। ਜੇਕਰ ਮੋਹ ਮਾਇਆ ਦੇ ਲਾਲਚਾਂ ਦੇ ਵਿੱਚ ਫਸੇ ਹੋਏ ਹੈ, ਜਿਵੇਂ ਸਾਰੀ ਦੁਨੀਆ ਫਸੀ ਹੋਈ ਹੈ, ਇਹ ਛੱਡਣਾ ਪੈਣਾ। ਇਹ ਮੋਹ ਮਾਇਆ ਜਿਹੜੀ ਹੈ, ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿ ਰਹੇ ਹੈ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਧੇ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਜਿਹੜੀ ਮੋਹ ਮਾਇਆ ਦੇ ਵਿੱਚ ਗੁਰੂ ਜੀ ਤੁਸੀਂ ਮੈਨੂੰ ਬੰਨਿਆ ਸੀ, ਮੈਂ ਤਾਂ ਤੁਹਾਡਾ ਨਾਮ ਦਾ ਸਿਮਰਨ ਕਰਕੇ ਛੁੱਟ ਗਿਆ, ਹੁਣ ਮੈਂ ਤੁਹਾਨੂੰ ਪ੍ਰੇਮ ਦੀ ਜੰਜੀਰ ਧਾਗੇ ਦੇ ਨਾਲ ਬੰਨ੍ਹ ਲਿਆ, ਹੁਣ ਤੁਸੀਂ ਛੁੱਟੋ। ਇਹ ਉਹ ਪਿਆਰੇ ਕਹਿੰਦੇ ਹੈ ਜਿਹੜੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਵਾਸ ਕਰਦੇ ਹੈ। ਐਵੇਂ ਨਹੀਂ ਇਹ ਗੱਲਾਂ ਹੁੰਦੀਆਂ। ਇੱਕ ਚੈਲੰਜ ਵਾਂਗੂ ਕਹਿ ਰਹੇ,
ਸੋ ਇਸ ਕਰਕੇ ਦੁਨੀਆ ਜਿਹੜੀ ਮੋਹ ਮਾਇਆ ਦੇ ਵਿੱਚ ਫਸੀ ਹੋਈ ਹੈ, ਇਹਦੇ ਤੋਂ ਦੂਰ ਜੇਕਰ ਮਨ ਹੋ ਜਾਵੇ ਤਾਂ ਫਿਰ ਆਪਾਂ ਬਚ ਜਾਵਾਂਗੇ। ਨਹੀਂ ਤਾਂ ਕਹਿੰਦੇ ਜਿਵੇਂ ਆਟੇ ਦੇ ਵਿੱਚ ਲੂਣ ਜਿਹੜਾ ਰਲ ਜਾਂਦਾ, ਇੱਦਾਂ ਹੀ ਇਹ ਸਰੀਰ ਜਿਹੜਾ ਹੈ ਇਹਨੂੰ ਛੱਡ ਜਾਣਾ। ਸੋਨੇ ਜਿਹਾ ਸਰੀਰ ਜਿਹੜਾ ਕਿਸੇ ਕੰਮ ਨਹੀਂ ਆਉਣਾ, ਕਿਉਂਕਿ ਜੇਕਰ ਤੂੰ ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਲੱਗਾ ਨਾ। ਸੋ ਅਗਲੇ ਸ਼ਲੋਕ 'ਚ ਸਤਿਗੁਰੂ ਸਮਝਾ ਰਹੇ ਹੈ, ਕਬੀਰ ਹੰਸ ਉੱਡਿਓ ਤਨ ਗਾਡਿਓ, ਸੋ ਜਈ ਨੇ ਸੈਨਾ, ਅਜਹੂ ਜਿਉ ਨ ਛੋਡਈ ਰੰਕਾਈ ਨੈਣਾ। ਕਹਿੰਦੇ ਜਦੋਂ ਹੰਸ ਉੱਡ ਗਿਆ ਤੇ ਇਸ ਸਰੀਰ ਨੂੰ ਦੁਨੀਆ ਜਿਹੜੀ ਹੈ ਉਹ ਕਬਰ 'ਚ ਗੱਡ ਦਿੰਦੀ ਹੈ। ਪਰ ਸਤਿਗੁਰੂ ਕਬੀਰ ਮਹਾਰਾਜ ਜੀ ਕਹਿੰਦੇ ਕਿ ਜਦੋਂ ਮਰਨ ਲੱਗਦਾ ਹੈ ਫਿਰ ਵੀ ਸੈਨਤਾ ਕਰਦਾ, ਇਸ਼ਾਰੇ ਕਰਦਾ, ਕਹਿੰਦੇ ਸਮਝਾਉਂਦਾ ਹੈ ਕਿ ਮਾਇਆ ਕਿੱਥੇ ਪਈ ਹੈ, ਕਿੱਥੇ ਕੀ ਪਿਆ ਹੈ। ਰੋਂਦਾ ਵੀ ਹੈ, ਨਾਲ ਪਦਾਰਥਾਂ ਨੂੰ ਛੱਡਦਾ ਹੋਇਆ ਰੋ ਰਿਹਾ ਹੈ। ਤੇ ਜਿਹੜਾ ਪਿੱਛੇ ਕੁਟੰਬ ਹੈ, ਸਕਾ ਸੰਬੰਧੀ ਹੈ, ਉਹਨੂੰ ਸਮਝਾ ਰਿਹਾ ਹੈ। ਹਾਲੇ ਵੀ ਇਹੋ ਜਿਹਾ ਕੰਗਾਲਪੁਣਾ ਨਹੀਂ ਛੱਡ ਰਿਹਾ ਕਿ ਜਿਸ ਨੇ ਦੁਨੀਆ ਤੇ ਭੇਜਿਆ ਸੀ ਹੁਣ ਤਾਂ ਉਸ ਨੂੰ ਯਾਦ ਕਰ ਲਵਾਂ। ਮਰਨ ਲੱਗਾ ਵੀ ਸੈਨਤਾ ਨਾਲ ਸਮਝਾ ਰਿਹਾ। ਇੰਨਾ ਬੰਦੇ ਨੂੰ ਦੁਨੀਆ ਦੀ ਮੋਹ ਮਾਇਆ ਦਾ ਪਿਆਰ ਹੈ, ਜਿੱਥੋਂ ਵਿਛੜਿਆ ਹੋਇਆ ਉਹ ਯਾਦ ਹੀ ਨਹੀਂ। ਕਿਉਂ? ਕਿਉਂਕਿ ਇਹ ਪੁੱਤਰ ਕਲਤਰਾਂ ਦੇ ਵਿੱਚ ਸਾਰਾ ਜਨਮ ਗਵਾਉਂਦਾ। ਇਸੇ ਕਰਕੇ ਸਤਿਗੁਰ ਬੇਣੀ ਮਹਾਰਾਜ ਜੀ ਸਮਝਾਉਂਦੇ ਹੈ, ਸੁਤ ਸੰਪਤ ਦੇਖ ਇਹ ਮਨ ਗਰਬਿਆ, ਰਾਮ ਰਿੱਧੇ ਤੇ ਖੋਇਆ, ਅਬਰ ਮਰਤ ਮਾਇਆ ਮਨ ਤੋਲੇ, ਤੋ ਪਗ ਮੁਖ ਜਨਮ ਬਿਗੋਇਆ। ਕਹਿੰਦੇ ਪੁੱਤਰ ਨੂੰ ਦੇਖ ਕੇ, ਧਨ ਦੌਲਤ ਨੂੰ ਦੇਖ ਕੇ ਇਹ ਬੜਾ ਮਨ ਜਿਹੜਾ ਹੰਕਾਰ ਦੇ ਵਿੱਚ ਆਇਆ, ਮਾਣ ਦੇ ਵਿੱਚ ਆਇਆ। ਤੇ ਨਾਲ ਹੋਇਆ ਕਿ ਇਹ ਮਾਣ ਕਰਨ ਦੇ ਨਾਲ ਰਾਮ ਰਿੱਧੇ ਤੇ ਖੋਇਆ। ਹਿਰਦੇ ਦੇ ਵਿੱਚ ਰਾਮ ਜਿਹੜਾ ਸੀ ਉਹ ਖਤਮ ਹੋ ਗਿਆ, ਉਹ ਵਿਛੜ ਗਿਆ। ਕਿਉਂਕਿ ਹਿਰਦੇ ਦੇ ਵਿੱਚ ਰਾਮ ਰਹਿਣਾ ਤੇ ਦੁਨੀਆ ਦੇ ਮੋਹ ਮਾਇਆ ਛੱਡਣੀ ਪੈਣੀ ਹੈ। ਅਬਰ ਮਰਤ ਮਾਇਆ ਮਨ ਤੋਲੇ, ਤੋ ਪਗ ਮੁਖ ਜਨਮ ਭਗੋਇਆ। ਜਦੋਂ ਕਹਿੰਦੇ ਕੋਈ ਮਰਿਆ, ਇਹ ਹਿਸਾਬ ਕਿਤਾਬ ਲਾਉਣ ਲੱਗ ਪਿਆ ਕਿ ਕਿੰਨਾ ਕੁ ਪਿੱਛੇ ਮਾਇਆ ਛੱਡ ਕੇ ਗਿਆ, ਮੇਰੇ ਹਿੱਸੇ ਕਿੰਨੀ ਕਾਊਗੀ। ਇਹ ਹਿਸਾਬ ਕਿਤਾਬ ਲਾਉਂਦੇ ਲਾਉਂਦੇ ਨੇ ਆਪਣਾ ਹੀਰੇ ਜੈਸਾ ਜਨਮ ਜਿਹੜਾ ਕਹਿੰਦੇ ਗਵਾ ਲਿਆ। ਕਿਉਂਕਿ ਦੁਨੀਆ ਤਾਂ ਜਾ ਰਹੀ ਹੈ, ਅੱਖੀਂ ਦੇਖ ਰਿਹਾ ਹੈ ਕਿ ਕਿੰਨੇ ਕੁ ਸੰਗੀ ਸਾਥੀ ਚਲੇ ਗਏ, ਪਰ ਆਪਣੇ ਜਾਨ ਦਾ ਇਹਨੂੰ ਕੋਈ ਫਿਕਰ ਨਹੀਂ। ਇਹ ਇੱਦਾਂ ਸਮਝਦਾ ਕਿ ਮੈਂ ਤਾਂ ਹੁਣ ਪੱਕਾ ਹੀ ਆਇਆ, ਸਭ ਨੇ ਚਲੇ ਜਾਣਾ, ਮੈਂ ਹੀ ਰਹਿਣਾ। ਇਸ ਕਰਕੇ ਸਤਿਗੁਰੂ ਜੋ ਸਮਝਾ ਰਹੇ ਹੈ ਕਿ ਉਸ ਮਰਨ ਵੇਲੇ ਵੀ ਜਿਹੜਾ ਬੰਦਾ ਉਸ ਪਰਮਾਤਮਾ ਵੱਲ ਧਿਆਨ ਨਹੀਂ ਕਰਦਾ, ਉਹਦਾ ਕੀ ਹਾਲ ਹੋਊਗਾ। ਉਹ ਤਾਂ ਫਿਰ ਜਨਮ ਜਨਮ ਪਰ ਮਤ ਫਿਰਿਓ, ਮਿਟਿਓ ਨ ਮਨ ਕੀ ਤਰਾਸ। ਜਮ ਕੀ ਤਰਾਸ ਤਾਂ ਫਿਰ ਮਿਟਣੀ ਨਹੀਂ। ਸੋ ਅਗਲੇ ਸ਼ਲੋਕ 'ਚ ਸਤਿਗੁਰੂ ਸਮਝਾ ਰਹੇ ਹੈ, ਕਬੀਰ ਨੈਣ ਨਿਹਾਰਿਓ ਤੁਝ ਕੋ, ਸਰਬਣ ਸੁਨਿਓ ਤੋ ਨਾਓ, ਬੈਨ ਉਚਰਿਓ ਤੋ ਨਾਮ ਜੀ, ਚਰਨ ਕਮਲ ਰਿਦ ਨਾਓ। ਸਤਿਗੁਰੂ ਕਬੀਰ ਮਹਾਰਾਜ ਜੀ ਗੁਰੂ ਮਹਾਰਾਜ ਨੂੰ ਯਾਦ ਕਰਕੇ ਪਰਮਾਤਮਾ ਨੂੰ ਸਿਮਰਦੇ ਹੋਏ ਕਹਿ ਰਹੇ ਹੈ ਕਿ ਮੇਰੇ ਨੈਣ ਜਿਹੜੇ ਤੈਨੂੰ ਦੇਖਦੇ ਰਹਿਣ, ਹਰ ਸਮੇਂ ਤੇਰੀ ਸੂਰਤ ਨੂੰ ਦੇਖਣ। ਮੇਰੇ ਕੰਨ ਜਿਹੜੇ ਹੈ ਉਹ ਹਰ ਟਾਈਮ ਤੇਰੇ ਨਾਮ ਦੇ ਨਾਲ ਭਰੇ ਰਹਿਣ। ਸਿਫਤ ਸਲਾਹ ਕਰ ਸੁਣਨ, ਉਹਨਾਂ ਦੇ ਵਿੱਚ ਤੇਰੀ ਸਿਫਤ ਸਲਾਹ ਤੋਂ ਬਿਨਾਂ ਕੋਈ ਵੀ ਚੀਜ਼ ਨਾ ਕੰਨਾਂ 'ਚ ਹੋਰ ਪਵੇ, ਕੋਈ ਮੈਨੂੰ ਆਵਾਜ਼ ਨਾ ਕੋਈ ਹੋਰ ਸੁਣੇ। ਬੈਨ ਉਚਰਿਓ ਤੋ ਨਾਮ ਜੀ, ਕਹਿੰਦੇ ਜਿਹੜੇ ਮੇਰੇ ਬਚਨ, ਜਿਹੜੀ ਮੇਰੀ ਜੀਭ ਹੈ ਉਹ ਤੇਰਾ ਨਾਮ ਜਪੇ, ਇਹੋ ਜਿਹਾ ਨਾਮ ਜਪੇ। ਚਰਨ ਕਮਲ ਰਿਦਨਾਓ, ਤੇਰੇ ਚਰਨਾਂ ਦੇ ਵਿੱਚ ਮੇਰਾ ਹਿਰਦਾ ਜਿਹੜਾ ਹੈ ਉਹ ਟਿਕ ਜਾਵੇ, ਤੇਰੇ ਚਰਨ ਕਮਲਾਂ ਦੇ ਵਿੱਚ ਮੈਨੂੰ ਜਗ੍ਹਾ ਮਿਲ ਜਾਵੇ। ਇਸੇ ਕਰਕੇ ਉਹ ਕਹਿੰਦੇ ਕਬੀਰਾ ਮੇਰੀ ਸਿਮਰਨੀ, ਰਸਨਾ ਉੱਪਰ ਰਾਮ, ਆਦ ਜੁਗਾਦ ਸਗਲ ਭਗਤ, ਤਾਕੋ ਸੁਖ ਬਸਰਾਮ।
ਜੇਕਰ ਉਹਨਾਂ ਦੇ ਇਸ ਜੀਵ ਨੂੰ ਮਾੜਾ ਬਣਾ ਲਿਆ, ਹਰ ਟਾਈਮ ਨਾਮ ਜਪਿਆ, ਤੇ ਉਹ ਹਮੇਸ਼ਾ ਹੀ ਖੁਸ਼ੀ ਦੇ ਵਿੱਚ ਰਹਿੰਦੇ, ਹਮੇਸ਼ਾ ਹੀ ਖੇੜੇ ਦੇ ਵਿੱਚ ਰਹਿੰਦੇ, ਆਨੰਦ ਵਿੱਚ ਰਹਿੰਦੇ ਹੈ। ਦੁਨੀਆ ਦੇ ਉਹਨਾਂ ਨੂੰ ਹਰਖ ਸੋਗ ਨੇੜੇ ਨਹੀਂ ਲੱਗਦਾ। ਉਹਨਾਂ ਨੂੰ ਬੈਰੀ ਮਿੱਤਰ ਸਭ ਇੱਕੋ ਜਿਹੇ ਸਾਰੇ ਲੱਗਦੇ, ਨਾ ਦੁੱਖ ਨਾ ਸੁੱਖ। ਇਸੇ ਕਰਕੇ ਪੰਜਵੇਂ ਪਾਤਸ਼ਾਹ ਸਮਝਾ ਰਹੇ ਹੈ, ਮੇਰਾ ਮਨ ਇੱਕ ਹੀ ਪ੍ਰਿਯ ਮੰਗੇ, ਭੇਖ ਆਇਓ ਸਰਬ ਥਾਨ ਦੇਸ ਪ੍ਰਿਯ, ਰੋਮ ਨ ਸੰਸਰ ਲਾਗੇ। ਕਹਿੰਦਾ ਮੇਰੇ ਮਨ ਦੇ ਵਿੱਚ ਇੱਕੋ ਹੀ ਤਾਂਘ ਹੈ ਕਿ ਤੇਰੇ ਦਰਸ਼ਨ ਹੋਣ। ਮੇਰਾ ਮਨ ਤੇਰੇ ਦਰਸ਼ਨਾਂ ਨੂੰ ਤਰਸਦਾ ਹੈ, ਪ੍ਰਿਯ ਪ੍ਰਿਯ ਕਰਦਾ ਹੈ। ਭੇਖ ਆਇਓ ਸਰਬ ਥਾਨ ਦੇਸ ਪ੍ਰਿਯ, ਕਹਿੰਦੇ ਸਾਰੀ ਦੁਨੀਆ ਦੇਖ ਲਈ, ਸਾਰੀ ਜਗ੍ਹਾ ਦੇਖ ਲਈਆਂ, ਰੋਮ ਨਾ ਸੰਸਰ ਲਾਗੇ, ਤੇਰੇ ਇੱਕ ਰੋਮ ਦੇ ਬਰਾਬਰ ਸਾਰੀ ਦੁਨੀਆ ਹੈ ਨਹੀਂ। ਪੰਜਵੇਂ ਪਾਤਸ਼ਾਹ ਸਾਰੰਗ ਰਾਗ ਦੇ ਵਿੱਚ ਸਮਝਾ ਰਹੇ ਕਿ ਇੱਕ ਰੋਮ ਦੇ ਬਰਾਬਰ ਵੀ ਸਾਰੀ ਦੁਨੀਆ ਨਹੀਂ ਹੈ। ਅਜਿਹਾ ਪਰਮਾਤਮਾ ਹੈ ਜਿਸ ਨੇ ਇਹ ਕੁਦਰਤ ਬਣਾਈ ਹੈ, ਜਿਸ ਨੇ ਸ੍ਰਿਸ਼ਟੀ ਰਚੀ ਹੈ। ਉਸ ਨੂੰ ਹਮੇਸ਼ਾ ਪਾਉਣ ਲਈ ਮਨ ਦੇ ਵਿੱਚ ਤਾਂਘ ਹੈ। ਮੇਰਾ ਮਨ ਇੱਕ ਪ੍ਰਿਯ ਮੰਗੇ, ਤੇਰੇ ਦਰਸ਼ਨ ਦੀ ਲੋੜ ਹੈ। ਇਸ ਕਰਕੇ ਪੰਜਵੇਂ ਪਾਤਸ਼ਾਹ ਜਿਵੇਂ ਕਹਿ ਰਹੇ ਹੈ ਕਿ ਇੱਕ ਰੋਮ ਦੇ ਬਰਾਬਰ ਨਹੀਂ ਦੁਨੀਆ, ਸੋ ਉਹਦੀ ਜਿਹੜੀ ਕਥਾ ਹੈ ਉਹ ਕਥ ਹੈ। ਦੁਨੀਆ ਦੇ ਕਿਸੇ ਵੀ ਚੀਜ਼ ਦਾ ਜਿਹੜਾ ਨਿਰੀਖਣ ਕਰਨਾ ਬੜਾ ਹੀ ਔਖਾ ਹੈ, ਕਿਉਂਕਿ ਇਹ ਉਸ ਪਰਮਾਤਮਾ ਦੀ ਬਣਾਈ ਹੋਈ ਚੀਜ਼ ਹੈ। ਸੋ ਆਓ ਸਤਿਗੁਰੂ ਕਬੀਰ ਮਹਾਰਾਜ ਦੇ ਸ਼ਲੋਕ ਤੋਂ ਜਿੰਨੇ ਵੀ ਸ਼ਲੋਕ ਆਪਾਂ ਪੜ੍ਹੇ ਹੈ, ਇਹਨਾਂ ਤੋਂ ਸਿੱਖਿਆ ਲੈਂਦੇ ਹੋਏ, ਜਿਨ੍ਹਾਂ ਵੀ ਸ਼ਲੋਕ ਉਚਾਰਨ ਕੀਤੇ ਹੈ, ਇਹਨਾਂ ਤੋਂ ਸਿੱਖਿਆ ਲੈਂਦੇ ਹੋਏ ਉਸ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਅਵਗੁਣਾਂ ਨੂੰ ਨਾ ਯਾਦ ਕਰਦੇ ਹੋਏ, ਨਾ ਚਿਤਾਰਦੇ ਹੋਏ, ਸ਼ੁੱਧ ਬਾਣੀ ਪੜ੍ਹਨ ਦਾ, ਉਚਾਰਨ ਦਾ ਬਲ ਬਖਸ਼ੋ। ਰਹਿੰਦੇ ਹੋਏ ਸਵਾਸਾਂ ਦੀ ਪੂੰਜੀ ਨੂੰ ਲੇਖੇ 'ਚ ਲਾਉਣ ਲਈ ਆਪਣੀ ਕਿਰਪਾ ਕਰੋ, ਦਇਆ ਕਰੋ, ਬਖਸ਼ਿਸ਼ ਕਰੋ, ਆਪਣੀ ਮਿਹਰ ਭਰੇ ਹੱਥ ਰੱਖੋ, ਤਾਂ ਕਿ ਤੁਹਾਡਾ ਨਾਮ ਜਿਹੜਾ ਸਿਮਰਦੇ ਸਿਮਰਦੇ ਇਹ ਜਿਹੜੀ ਜ਼ਿੰਦਗੀ ਹੈ ਦੁਨੀਆ ਤੋਂ ਬਤੀਤ ਹੋ ਜਾਵੇ ਅਤੇ ਤੁਹਾਡੇ ਦਰਸ਼ਨ ਹੋ ਜਾਣ। ਉਸ ਪਰਮਾਤਮਾ ਦੇ ਦਰਸ਼ਨ ਪਾਉਣ ਦੀ ਹੀ ਤਾਂਘ ਜਿਹੜੀ ਮਨ 'ਚ ਹੋਣੀ ਚਾਹੀਦੀ ਹੈ। ਇਹ ਬੇਨਤੀ ਅਰਦਾਸ ਸਰਜੋਈ ਕਰਦੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।